ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪ ਜੀ ਦਾ ਸਾਡੇ ਪੰਜਾਬੀ ਕਲਾਸਿਸ ਚੈਨਲ ਵਿੱਚ ਬਹੁਤ ਸਵਾਗਤ ਹਨ। ਅੱਜ ਅਸੀਂ ਕਲਾਸ 9th ਦੇ ਪਹਿਲਾ ਪਾਠ ਪੜ੍ਹਨਗੇ, ਜਿਹਦਾ ਨਾਮ ਹੈ ਸਮਾਂ, ਜੋ ਭਾਈ ਵੀਰ ਸਿੰਘ ਦੀ ਬਾਣੀ ਹੈ। ਤੇ ਭਾਈ ਵੀਰ ਸਿੰਘ ਦੀ ਸ਼ਖਸੀਅਤ ਤੇ ਰਚਨਾ ਪੜ੍ਹਨਗੇ ਤੇ ਉਸ ਦੇ ਬਾਅਦ ਉਸਦੀ ਬਾਣੀ। ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈਸਵੀ ਨੂੰ ਪਿਤਾ ਸਚਰਨ ਸਿੰਘ ਦੇ ਮਾਤਾ ਸਰਦਾਰਨੀ ਉੱਤਮ ਕੌਰ ਦੇ ਘਰ ਅੰਮ੍ਰਿਤਸਰ ਵਿੱਚ ਹੋਇਆ। ਭਾਈ ਵੀਰ ਸਿੰਘ ਦੇ ਪਿਤਾ ਅਤੇ ਉਹਨਾਂ ਦੇ ਨਾਨਾ ਜੀ ਉਸ ਸਮੇਂ ਦੇ ਪ੍ਰਸਿੱਧ ਵਿਦਵਾਨ ਸਨ। ਭਾਈ ਵੀਰ ਸਿੰਘ ਨੂੰ ਆਧੁਨਿਕ ਕਵਿਤਾ ਦਾ ਜਨਮਦਾਤਾ ਕਿਹਾ ਜਾਂਦਾ ਹੈ। ਆਪ ਦੀਆਂ ਰਚਨਾਵਾਂ ਬਹੁਪੱਖੀ ਹਨ। ਆਪ ਨੇ ਕੁਦਰਤ ਵਰਣਨ ਦੇ ਨਾਲ ਨਾਲ ਆਚਰਨ ਉਸਾਰੀ ਦੇ ਵਿਸ਼ੇ ਨੂੰ ਵੀ ਆਪਣੀਆਂ ਕਵਿਤਾਵਾਂ ਵਿੱਚ ਖੂਬ ਵਿਸ਼ੇਸ਼ ਸਥਾਨ ਦਿੱਤਾ ਹੈ। ਇਹਨਾਂ ਦੀ ਸਾਹਿਤ ਨੂੰ ਦੇਣ ਗਿਣਾਤਮਕ ਅਤੇ ਗੁਣਾਤਮਕ ਦੋਵਾਂ ਪੱਖਾਂ ਤੋਂ ਮਹੱਤਵਪੂਰਨ ਹੈ। ਆਪ ਦੀਆਂ ਨਿੱਕੀਆਂ ਕਵਿਤਾਵਾਂ ਅੱਖਾਂ ਡੂੰਘੇ ਅਰਥਾਂ ਨਾਲ ਭਰਪੂਰ ਹਨ। ਕਵਿਤਾਵਾਂ ਤੋਂ ਇਲਾਵਾ ਆਪ ਨੇ ਨੋਵਲ, ਨਾਟਕ ਅਤੇ ਵਾਰਤਕ ਆਦਿ ਸਾਹਿਤ ਰੂਪਾਂ ਦੀ ਵੀ ਰਚਨਾ ਕੀਤੀ ਹੈ। ਆਪ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਹੇਠ ਲਿਖੀਆਂ ਹਨ। ਲਹਿਰਾਂ ਦੇ ਰਾਹ, ਸਤਵੰਤ ਕੌਰ, ਮੇਰੇ ਸਾਈਆਂ ਜੀ, ਰਾਣਾ ਸੂਰਤ ਸਿੰਘ, ਅਸ਼ਟਗੁਰੂ, ਚਮਤਕਾਰ, ਕਬੰਦੀ ਕਲਾਈ ਸੁੰਦਰੀ ਤੇ ਮਟਕ ਹੁਲਾਰੇ ਆਦਿ। ਸਾਹਿਤ ਅਕਾਦਮੀ ਦਿੱਲੀ ਵੱਲੋਂ ਇਹਨਾਂ ਦੀ ਕਾਵਿ ਪੁਸਤਕ ਮੇਰੇ ਮਾਹੀਆਂ ਜੀਓ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਇਹਨਾਂ ਨੂੰ ਭਾਰਤ ਸਰਕਾਰ ਵਿੱਚ ਪਦਮ ਭੂਸ਼ਣ ਦੀ ਉਪਾਧੀ ਵੀ ਦਿੱਤੀ ਗਈ। ਤਾਂ ਹੁਣ ਅਸੀਂ ਭਾਈ ਵੀਰ ਸਿੰਘ ਦੀ ਸ਼ਖਸੀਅਤ ਬਾਰੇ ਪੜ੍ਹਿਆ, ਜਿਹਦੇ ਵਿੱਚ ਉਹਨਾਂ ਦਾ ਜਨਮ 5 ਦਸੰਬਰ 1872 ਨੂੰ ਹੋਇਆ ਤੇ ਉਹਨਾਂ ਦੀ ਮਾਤਾ ਦਾ ਨਾਂ, ਪਿਤਾ ਦਾ ਨਾਂ ਦੱਸਿਆ ਗਿਆ ਹੈ ਤੇ ਉਹਨਾਂ ਦੀਆਂ ਰਚਨਾਵਾਂ ਵੀ ਦਿੱਤੀਆਂ ਹੋਈਆਂ ਹਨ। ਲਹਿਰਾਂ ਦੇ ਰਾਹ, ਸਤਵੰਤ ਕੌਰ, ਮੇਰੇ ਮਾਹੀਆ ਜੀ ਆਦਿ। ਔਰ ਇਹਨਾਂ ਦੀ ਲਿਖੀ ਨੋਵਲ ਵੀ ਹੈ, ਨਾਟਕ ਅਤੇ ਵਾਰਤਕ ਵੀ। ਤੇ ਹੁਣ ਇਸ ਦੀ ਬਾਣੀ ਪੜ੍ਹਨਗੇ। ਸਮਾਂ। ਪ੍ਰਸੰਗ ਸਹਿਤ ਵਿਆਖਿਆ। ਰਹੀ ਵਾਸਤੇ ਘਤ, ਸਮੇਂ ਨੇ ਨਾ ਇੱਕ ਮੰਨੀ, ਫੜ ਫੜ ਰਹੀ ਧਰੀਕ, ਸਮੇਂ ਖਿਸਕਾਏ ਕੰਨੀ। ਇਹਦਾ ਮਤਲਬ ਹੈ, ਮੈਂ ਇੱਕ ਮਨੁੱਖੀ ਤੀਰ ਹੈ, ਜਦਕਿ ਸਮਾਂ ਇੱਕ ਕੁਦਰਤੀ ਗਤੀਸ਼ੀਲ ਵਰਤਾਰਾ। ਮੈਨੇ ਸਮੇਂ ਨੂੰ ਰੋਕਣ ਲਈ ਬਹੁਤ ਤਰਲੇ ਮਿੰਨਤਾਂ ਕੀਤੀਆਂ, ਪਰ ਸਮਾਂ ਉਸ ਦੀਆਂ ਗੱਲਾਂ ਦੀ ਪਰਵਾਹ ਨਾ ਕਰਦਾ ਹੋਇਆ ਆਪਣੀ ਗਤੀ ਨਾਲ ਚੱਲਦਾ ਰਿਹਾ ਤੇ ਸਮੇਂ ਦਾ ਦਾਮਨ ਫੜ ਕੇ ਉਸਨੂੰ ਰੋਕਣ ਬੜੀ ਕੋਸ਼ਿਸ਼ ਵੀ ਕੀਤੀ, ਪਰ ਫੜ ਕੇ ਆਪਣੇ ਵੱਲ ਖਿੱਚਣ ਦੀ ਵੀ ਬਹੁਤ ਕੋਸ਼ਿਸ਼ ਕੀਤੀ, ਪਰ ਸਮਾਂ ਆਪਣੇ ਤੇਜ਼ ਰਫ਼ਤਾਰ ਨਾਲ ਚੱਲਦੇ ਹੋਏ ਸਾਰੀਆਂ ਹੱਦਾਂ, ਪੰਨੇ ਭਾਵ ਰੁਕਾਵਟਾਂ ਨੂੰ ਪਾਰ ਕਰਕੇ ਅੱਗੇ ਨਿਕਲ ਜਾਂਦਾ ਹੈ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ, ਤ੍ਰਿਥੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਤਾਂ ਇਹਦਾ ਮਤਲਬ ਹੈ, ਸਮੇਂ ਨੂੰ ਰੋਕਣ ਲਈ ਕਵੀ ਵੱਲੋਂ ਉਸਦੇ ਰਾਹ ਵਿੱਚ ਹੋਰ ਵੀ ਰੁਕਾਵਟਾਂ ਖੜੀਆਂ ਕੀਤੀਆਂ, ਪਰ ਉਸਨੇ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਕਰ ਦਿੱਤੀਆਂ, ਕਿਉਂਕਿ ਸਮਾਂ ਆਪਣੇ ਤੇਜ਼ ਰਫ਼ਤਾਰ ਨਾਲ ਚੱਲਦਾ ਹੋਇਆ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਹੈ ਤੇ ਇੱਕ ਵਾਰ ਜੋ ਸਮਾਂ ਨਿਕਲ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ। ਕਵੀ ਨੇ ਸਮੇਂ ਨੂੰ ਰੋਕਣ ਲਈ ਬਹੁਤ ਤਰਲੇ ਮਿੰਨਤਾਂ ਕੀਤੀਆਂ, ਪਰ ਸਮਾਂ ਉਸ ਦੀਆਂ ਗੱਲਾਂ ਦੀ ਪਰਵਾਹ ਨਾ ਕਰਦਾ ਹੋਇਆ ਆਪਣੀ ਗਤੀ ਨਾਲ ਚੱਲਦਾ ਰਿਹਾ। ਤੇ ਦੂਜਾ ਹੈ, ਹੋ ਅਜੇ ਸੰਭਾਲ ਇਸ ਸਮੇਂ ਨੂੰ, ਹੋ ਜਾਏ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉੱਡਦਾ ਜਾਵੰਦਾ
ਇਹ ਠਹਿਰਨ ਜਾਂਚ ਨਾ ਜਾਣਦਾ, ਲੰਘ ਗਿਆ ਤਾਂ ਮੁੜ ਕੇ ਨਹੀਂ ਆਉਂਦਾ। ਇਹਨਾਂ ਵਾਕਾਂ ਵਿੱਚ ਮਨੁੱਖ ਨੂੰ ਸੰਬੋਧਿਤ ਹੋ ਕੇ ਕਹਿੰਦਾ ਹੈ, ਮਨੁੱਖ ਨੂੰ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਵਰਤਮਾਨ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਸਮੇਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਹੋਇਆ ਕਵੀ ਕਹਿੰਦਾ ਹੈ ਕਿ ਸਮਾਂ ਕਦੇ ਵੀ ਨਹੀਂ ਰੁਕਦਾ, ਬਿਨਾਂ ਕਿਸੇ ਨਾਲ ਭੇਦਭਾਵ ਕੀਤੇ ਇਹ ਆਪਣੀ ਚਾਲੇ ਤੁਰਿਆ ਰਹਿੰਦਾ ਹੈ ਅਤੇ ਬੀਤਿਆ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ। ਇਸ ਲਈ ਜਿਹੜਾ ਸਮਾਂ ਹੱਥਾਂ ਵਿੱਚ ਹੋਵੇ ਉਸ ਨੂੰ ਸ਼ੁਭ ਕੰਮਾਂ ਵਿੱਚ ਲਾ ਕੇ ਸਫਲ ਕਰਨਾ ਚਾਹੀਦਾ ਹੈ। ਅਤੇ ਹੁਣ ਇਸ ਦਾ ਅਭਿਆਸ ਦਾ ਪਹਿਲਾ ਪ੍ਰਸ਼ਨ ਹੈ, ਸਮਾਂ ਕਵਿਤਾ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਸਮਾਂ ਆਪਣੀ ਗਤੀ ਨਾਲ ਚੱਲਦਾ ਰਹਿੰਦਾ ਹੈ, ਇਹ ਕਦੇ ਵੀ ਰੁਕਦਾ ਨਹੀਂ। ਇਹ ਇੱਕ ਵਾਰ ਗੁਜ਼ਰਿਆ ਸਮਾਂ ਮੁੜ ਵਾਪਸ ਨਹੀਂ ਪਰਤਦਾ। ਇਸ ਲਈ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਭਾਵ ਹਰ ਇੱਕ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ। ਸਮੇਂ ਦੀ ਸਹੀ ਵਰਤੋਂ ਵਾਲਾ ਮਨੁੱਖੀ ਜੀਵਨ ਵਿੱਚ ਕਾਮਯਾਬੀ ਪ੍ਰਾਪਤ ਕਰ ਸਕਦਾ ਹੈ। ਇਸ ਲਈ ਜਿਹੜਾ ਵਰਤਮਾਨ ਸਮਾਂ ਹੱਥ ਵਿੱਚ ਹੋਵੇ ਉਸ ਨੂੰ ਸ਼ੁਭ ਕਾਰਜਾਂ ਵਿੱਚ ਲਾ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਅਤੇ ਦੂਜਾ ਪ੍ਰਸ਼ਨ, ਸਮਾਂ ਕਵਿਤਾ ਵਿੱਚ ਸਮੇਂ ਦੀ ਸੰਭਾਲ ਸੰਬੰਧੀ ਕਵੀ ਨੇ ਸੁਨਹਿਰਾ ਦਿੰਦਾ ਹੈ। ਭਾਈ ਵੀਰ ਸਿੰਘ ਸਮੇਂ ਦੀ ਸੰਭਾਲ ਸੰਬੰਧੀ ਆਪਣੇ ਕਵਿਤਾ ਸਮਾਂ ਵਿੱਚ ਲਿਖਦੇ ਹਨ ਕਿ ਸਮਾਂ ਚਲਾਏਮਾਨ ਹੈ, ਇਹ ਕਦੇ ਵੀ ਨਹੀਂ ਰੁਕਦਾ। ਜੋ ਸਮਾਂ ਇੱਕ ਵਾਰੀ ਲੰਘ ਗਿਆ ਉਹ ਮੁੜ ਵਾਪਸ ਨਹੀਂ ਆਉਂਦਾ। ਇਸ ਲਈ ਇਸ ਦਾ ਸਦਉਪਯੋਗ ਕਰਕੇ ਇਸ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਅਸੀਂ ਪਹਿਲਾ ਅਤੇ ਦੂਜਾ ਪ੍ਰਸ਼ਨ ਦੋਨੋਂ ਕਰ ਲਏ ਹਨ ਅਤੇ ਹੁਣ ਅਸੀਂ ਇਸਦੇ ਥੋੜ੍ਹੇ ਐਕਸਟਰਾ ਕੁਐਸਚਨ ਵੀ ਕਰ ਲੈਣਗੇ। ਅਤੇ ਹੁਣ ਅਸੀਂ ਇਸਦੇ ਮਹੱਤਵਪੂਰਨ ਪ੍ਰਸ਼ਨ ਵੀ ਕਰ ਲੈਣਗੇ, ਕਿਉਂਕਿ ਇਹ ਸਾਡੇ ਪੇਪਰ ਵਿੱਚ ਬਹੁਤ ਇੰਪੋਰਟੈਂਟ ਕੁਐਸਚਨਸ ਵੀ ਬਣ ਸਕਦੇ ਹਨ। ਅਤੇ ਸਮਾਂ ਕਵਿਤਾ ਕਿਸ ਲੇਖਕ ਦੁਆਰਾ ਲਿਖੀ ਗਈ ਹੈ? ਸਮਾਂ ਕਵਿਤਾ ਭਾਈ ਵੀਰ ਸਿੰਘ ਦੁਆਰਾ ਲਿਖੀ ਗਈ ਹੈ। ਸਾਨੂੰ ਸਾਰੇ ਚੈਪਟਰਾਂ ਦੇ ਲੇਖਕ ਦੇ ਨਾਂ ਪਤਾ ਹੋਣੇ ਚਾਹੀਦੇ, ਇਹ ਵੀ ਸਾਡੇ ਪੇਪਰ ਵਿੱਚ ਬਹੁਤ ਇੰਪੋਰਟੈਂਟ ਹੁੰਦੇ ਹਨ। ਅਤੇ ਦੂਜਾ ਪ੍ਰਸ਼ਨ ਹੈ, ਭਾਈ ਵੀਰ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿਖੇ ਭਾਈ ਵੀਰ ਸਿੰਘ ਦਾ ਜਨਮ ਹੋਇਆ। ਭਾਈ ਵੀਰ ਸਿੰਘ ਦਾ ਜਨਮ ਕਾਲ ਦੱਸੋ। 1872 ਤੋਂ 1957 ਈਸਵੀ ਤੱਕ। ਭਾਈ ਵੀਰ ਸਿੰਘ ਜੀ ਦੀ ਕਿਸੇ ਇੱਕ ਰਚਨਾ ਦਾ ਨਾਂ ਦੱਸੋ। ਜੋ ਸਾਡਾ ਚੈਪਟਰ ਹੈ ਉਹੀ ਅਸੀਂ ਦੱਸ ਦਿੰਦੇ ਹਾਂ, ਸਮਾਂ। ਕਵਿਤਾ ਸਮਾਂ ਵਿੱਚ ਕਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ? ਸਮੇਂ ਨੂੰ। ਪ੍ਰਸ਼ਨ 6, ਕਵੀ ਕਿਸ ਨੂੰ ਸਮੇਂ ਦੀ ਸੰਭਾਲ ਕਰਨ ਲਈ ਕਹਿੰਦਾ ਹੈ? ਮਨੁੱਖ ਨੂੰ। 7ਵਾਂ, ਕਵੀ ਭਾਈ ਵੀਰ ਸਿੰਘ ਸਮੇਂ ਨੂੰ ਰੋਕਣ ਲਈ ਕੀ ਕਰਦਾ ਹੈ? ਕਵੀ ਨੇ ਸਮੇਂ ਨੂੰ ਰੋਕਣ ਲਈ ਉਸ ਅੱਗੇ ਤਰਲੇ ਮਿੰਨਤਾਂ ਕੀਤੀਆਂ। ਉਸਨੇ ਸਮੇਂ ਨੂੰ ਕੰਨੀ ਤੋਂ ਫੜਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਨਹੀਂ ਰਿਹਾ। ਇਹ ਨਹੀਂ ਆਏਗਾ, ਅਸਫਲ ਰਿਹਾ। ਜੀਵਨ ਵਿੱਚ ਸਫਲ ਹੋਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਕਵਿਤਾ ਸਮਾਂ ਅਨੁਸਾਰ ਕੌਣ ਠਹਿਰਨ ਦੀ ਜਾਂਚ ਨਹੀਂ ਜਾਣਦਾ, ਜਾਂ ਪੱਲਾ ਛੁਡਾ ਕੇ ਕੌਣ ਖਿਸਕ ਗਿਆ? ਸਮਾਂ। ਅਤੇ ਪ੍ਰਸ਼ਨ ਨੰਬਰ 10ਵਾਂ ਹੈ, ਆਧੁਨਿਕ ਸਮੇਂ ਨੂੰ ਕਿਵੇਂ ਸਫਲ ਕੀਤਾ ਜਾ ਸਕਦਾ ਹੈ? ਸ਼ੁਭ ਕਾਰਜ ਕਰਕੇ, ਸ਼ੁਭ ਕਾਮ ਕਰਕੇ ਅਸੀਂ ਆਧੁਨਿਕ ਸਮੇਂ ਨੂੰ ਸਫਲ ਕਰ ਸਕਦੇ ਹਨ। ਕੀ ਬੀਤਿਆ ਸਮਾਂ ਮੁੜ ਕੇ ਪਰਤ ਆਉਂਦਾ ਹੈ? ਨਹੀਂ, ਬੀਤਿਆ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ। ਅਤੇ ਇਹ ਇਸ ਪਾਠ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਸੀ ਜੋ ਅਸੀਂ ਕਰ ਲਏ ਹਨ। ਅਤੇ ਇਸ ਦੀ MCQ ਸਾਡੀ ਦੂਸਰੀ ਵੀਡੀਓ ਵਿੱਚ ਤੁਹਾਨੂੰ ਮਿਲਣਗੀ। ਅਤੇ ਇਸ ਵੀਡੀਓ ਵਿੱਚ ਅਸੀਂ ਭਾਈ ਵੀਰ ਸਿੰਘ ਬਾਰੇ, ਭਾਈ ਵੀਰ ਸਿੰਘ ਦੀ ਬਾਣੀ, ਸਮਾਂ ਬਾਰੇ, ਅਭਿਆਸ ਅਤੇ ਕੁਝ ਇੰਪੋਰਟੈਂਟ ਕੁਐਸਚਨਸ ਵੀ ਅਸੀਂ ਕਰ ਲਏ ਹਨ। ਅਤੇ ਤੁਹਾਨੂੰ ਦੂਸਰੀ ਵੀਡੀਓ ਵਿੱਚ ਇਸਦੇ MCQ ਵੀ ਮਿਲਣਗੇ। ਅਤੇ
अगर ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਹੈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਜ਼ਰੂਰ ਕਰਨਾ। ਧੰਨਵਾਦ।